ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆਨ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਟੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਟੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵੜਾ ਨਾਨਕ ਸ਼ਬਦ ਵਿਚਾਰ ਮਹਲਾ ਤੀਜਾ ਸਹਜੇ ਜਾਗੈ ਸਹਜੇ ਸੂਵੈ ਗੁਰਮੁਖ ਅਣਦਿਨ ਉਸਤਤ ਹੋਵੈ ਮਨ ਮੁਖ ਭਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਂਦ ਨ ਸੋਵੈ ਗਿਆਨੀ ਜਾਗੈ ਸਵੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸੱਟ ਕੱਤਿਆ ਗੁਰਮਤਿ ਦੇਵੈ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਤਿਨ ਡਰ ਸੱਟ ਕੱਤਿਆ ਗੁਰਮਤਿ ਦੇਵੈ ਆਪ
ਗੁਰਮੁਖ ਹਰਿ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਨਿਭਾਓ ਹਾਜ਼ਰੀ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਹੋਈ ਸੋਰਠ ਕੇ ਵਾਰ ਦੇ ਵਿੱਚੋਂ ਇਹ 9ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੰਗ ਨੰਬਰ 646 ਹੈ ਔਰ ਪੌੜੀ ਦੇ ਨਾਲ ਪਹਿਲੋਂ 2 ਸ਼ਲੋਕ ਨੇ ਜੋ ਤੀਸਰੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਔਰ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਦੇ ਅੰਦਰ 2 ਜਣਿਆਂ ਦਾ ਜ਼ਿਕਰ ਕੀਤਾ ਹੈ। ਇੱਕ ਤਾਂ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਜਿਨ੍ਹਾਂ ਨੂੰ ਸ਼ਬਦ ਵਰਤਿਆ ਮਨ ਮੁਖ, ਤੇ ਦੂਸਰੇ ਉਹ ਨੇ ਜਿਹੜੇ ਗੁਰੂ ਦੇ ਸਨਮੁਖ ਹੋਏ। ਔਰ ਸਨਮੁਖ ਦਾ ਅੱਖਰੀ ਅਰਥ ਵੈਸੇ ਸਾਹਮਣੇ ਹੋਣਾ ਹੈ, ਜਿਹਨੂੰ ਧੰਨ ਗੁਰੂ ਅਮਰਦਾਸ ਜੀ ਨੇ ਅੱਜ ਸ਼ਬਦ ਗੁਰਮੁਖ ਵਰਤਿਆ ਹੈ ਕਿ ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਇੱਕ ਉਹ ਨੇ ਜਿਹੜੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ ਔਰ ਹਰ ਵੇਲੇ ਪੀਣਾ ਚਾਹੁੰਦੇ ਨੇ, ਸ਼ਬਦ ਦੇ ਵਿੱਚ ਉਸ ਅੰਮ੍ਰਿਤ ਨੂੰ ਪੀਣਾ ਚਾਹੁੰਦੇ ਨੇ। ਪਰ ਦੂਸਰੇ ਪਾਸੇ ਉਹ ਨੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਔਰ ਦੁਨੀਆ ਦੇ ਵਿੱਚ ਕਰਮ ਤੇ ਕਰਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਉਹਨਾਂ ਦੇ ਕੀਤੇ ਹੋਏ ਕਰਮ, ਕਿਉਂਕਿ ਹਉਮੈ ਦੇ ਵਿੱਚ ਫਸ ਕੇ ਕੀਤੇ ਕਰਮ ਨੇ ਔਰ ਹਉਮੈ ਦੇ ਵਿੱਚੋਂ ਕੁੱਪ ਹਨੇਰਾ ਹੀ ਨਿਕਲਦਾ ਹੈ। ਉਹ ਕੁੱਪ ਹਨੇਰੇ ਦੇ ਵਿੱਚ ਕਹਿ ਲਈ ਕਿ ਫਸੇ ਜਾਂਦੇ ਨੇ, ਫਸੇ ਰਹਿੰਦੇ ਨੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਆਇਆ ਸੀ, ਭਾਈ ਕਾਲੂ। ਦੇਖੋ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਵੀ ਕਾਲੂ ਮਹਿਤਾ ਜੀ ਕਿਹਾ ਜਾਂਦਾ, ਪਰ ਇਹ ਗੁਰੂ ਦਾ ਸਿੱਖ ਹੈ ਕਾਲੂ, ਜਿਹਨੇ ਆ ਕੇ ਸਵਾਲ ਕੀਤਾ ਸੀ ਕਿ ਸਤਿਗੁਰੂ ਜੀ ਮਨਮੁਖ ਕੌਣ ਨੇ, ਗੁਰਮੁਖ ਜਾਂ ਸਨਮੁਖ ਕੌਣ ਨੇ? ਤੇ ਜਿਹੜੇ ਗੁਰਮੁਖ ਨੇ ਕਿਰਪਾ ਕਰਕੇ ਸਮਝਾਓ, ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ, ਸਨਮੁਖ ਨੇ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ। ਔਰ ਇਹ ਇਤਿਹਾਸ ਦੀ ਕੋਈ ਕਥਾ ਨਹੀਂ, ਕੇਵਲ ਇੱਕ ਕਹਾਣੀ ਨਹੀਂ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਜਿੱਥੇ ਭਾਈ ਸਾਹਿਬ ਜੀ ਨੇ ਭਾਈ ਮਰਦਾਨਾ ਜੀ, ਭਾਈ ਖੇਡਾ ਸਿਉਣਾ ਜੀ ਹੋਰ ਬੇਅੰਤ ਸਿੱਖਾਂ ਦਾ ਜ਼ਿਕਰ ਕਰਕੇ ਅਖੀਰ ਦੇ ਪੰਕਤੀ ਲਿਖਦੇ ਨੇ ਭਾਈ ਕਾਲੂ ਜੀ ਦੇ ਨਾਂ 'ਤੇ ਕਿ ਜਿਹਨੇ ਆ ਕੇ ਸਵਾਲ ਕੀਤਾ ਕਿ ਸਨਮੁਖ ਕਾਲੂ ਆਸ ਧਰ,
कि गुरु के सन्मुख होना है, ये आस धर के धन गुरु नानक साहब के चरणों च आया। सन्मुख कालू आस धर गुरबाणी दरगह सब बासी। ये भाई गुरदास जी लिखते हैं कि उस गुरबाणी के उत्ते चल के, गुरबाणी के दसे दे राह ते चल के जिन्हों रब की दरगाह दे विच भी शाबाश मिलती है, उस भाई कालू। और उस भाई कालू ने आके जी बेनती की, और भाई साहब भाई गुरदास जी सारे सिखों का जिक्र करके अखीर ते कहते हैं कि गुरमत भाव भगत प्रगासी, कि इन्हां सारिਆਂ ਦੇ अंदर गुरमत की प्रेमा भगती जी उनका प्रकाश होया। हुण भाई कालू जी ने गुरु साहब तो सवाल पूछा कि सतगुरु जी बार बार जिक्र होंदा है, जिवें अज आया है मनमुख ते गुरमुख, ते सतगुरु जी मनमुख किनू कहते हैं, तो गुरमुख दियां जां सन्मुख दियां निशानियां की ने। वैसे मनमुख के बाबत, गुरमुख के बाबत बचन गुरु ग्रंथ साहब दे विच बेनती है, पर मनमुख किनू कहते हैं जे समझना हो तो गुरु साहब जी ने इको अद्धी पंक्ति के विचों गल बिल्कुल सिरे ला दी कि मनमुख किनू कहते हैं, जां कह लिया कि सीधे शब्दों में जो साहब गुरु साहब जी समझाते हैं तो कहते हैं, देवें दिंदे थामों दिता चंगा, मनमुख ऐसा जानिए। बस ये मनमुख की निशानी है। हुण दिंदे थामों दिता चंगा, कि ਜਿਹੜੇ ਥਾਂ ਤੋਂ ਦਿੱਤਾ ਗਿਆ ਉਹਦਾ ਪਤਾ ਹੀ ਨਹੀਂ, ਪਰ ਦਿੱਤਾ ਚੰਗਾ, ਜੋ ਕੁਛ ਮਿਲ ਗਿਆ ਉਹਨੂੰ ਚੰਗਾ ਸਮਝ ਲਿਆ। ਹੁਣ ਇਹਦੇ ਅਰਥ ਥੋੜ੍ਹੇ ਜਿਹੇ ਹੋਰ ਸਮਝੋ ਕਿ ਮੰਨ ਲਓ ਚਲੋ ਕਿਸੇ ਨੇ ਇੱਕ ਸੂਟ ਕਿਸੇ ਨੂੰ ਦਿੱਤਾ, ਹੁਣ ਉਹ ਸੂਟ ਲੈ ਕੇ ਜੇ ਮੇਰੇ ਵਰਗਾ ਸੂਟ ਦੀ ਤਾਂ ਸਿਫਤ ਕਰੀ ਜੇ ਕਿ ਬੜਾ ਵਧੀਆ ਹੈ, 2000 ਦਾ, 5000 ਦਾ, 10000 ਦਾ, पर दिता किन्ने है उनका ना ही ना हो, जिक्र ही ना हो। हुण रब ने, परमेश्वर ने सारा कुछ दिता है, लैके इन्हां दातां नूं ते वड्डा करके समझ लवे, जिन्होंने गुरु साहब ने पावन बचने भी कहे ने कि वो रब ने जो कुछ दिता है, कीते को मेरे समान है। मेरे का अर्थ हुंदा मारू पर्वत, मेरू पर्वत। हुण वो मेरू पर्वत ने उस दाता नूं समझ लिया, जो कुछ मिले उन्होंने तो बड़ा वड्डा करके जानिया, पर करणहार तृण जाने जिन्हें ये दाता दित्तियां उन्होंने एक तीले की तरह समझ लिया कि किणके समझे, जां कह लिया कि समझे कुछ नहीं। और मनमुख वास्ते तो गुरु साहब जी कहते हैं एक इन्नी गल समझ लेनी चाहिए कि वो दित्तियां हुई दातां दे नाल प्यार करता है। और गुरु साहब ने पावन बचन कहे ने, वो लोग जे किसी के नाल मित्रता भी पाउण ना, तो ये हकीकत है साडे संसार में तो असीं किते ना किते साडे नाल वापरदी सब नाल। और मित्रता बाहर दी दूर दी ते छड्डो, घर दे विचों जिहड़े एक माँ के पेट चों जिन्हां जन्म लिया, भैण होवे, भरा होवे, माँ होवे, प्यो होवे, किते ना किते लाड प्यार जरूर है, पर उनके पिछे स्वार्थ भी है। बाबा कबीर जी का पावन बचन है ना कि माँ पुत्र नूं पालदी इस करके कि वड्डा होए धन खाट दे कर भोग बिलासा, कि वड्डा होएगा कमाई करके लियाएगा। पर जे केवल प्यार कमाई ते टिकिया है तो फिर वो प्यार नहीं। सतगुरु जी ने पावन बचन कहे ने ना, मनमुखा केरी दोस्ती माया का संबंध। ये मनमुख की निशानी, जे संबंध केवल माया नाल ही है फिर वो दोस्ती बस माया तक ही सीमित है, जदों तक आउंदी रहेगी मित्र है, नहीं तो फिर मूँह तो गंद बोलना है। हुण सतगुरु जी कहते हैं बस मनमुख वो ने जो किते हुए नूं कह लिए कि जानते नहीं, जिन्हां दे शब्द बड़े वरते जाते हैं कि नमक हरामी हो गया, किते हुए नूं जाणिया नहीं, आसान फरामोश हो गया। पर सतगुरु जी सन्मुख ते धन गुरु नानक साहब जी मुस्कुरा के कहते हैं कालू जी कि भाई सन्मुख के अर्थ समझाइए, अर्थ दसीए कि सन्मुख होना है। और भाई कालू जी के हथ पहले जुड़े सन, गुरु के सन्मुख होकर पहलों बैठा सी।
कि सतगुर जी कृपा करो, सन्मुख होने वास्ते आया, सन्मुख बना लवो, पर नाल कृपा करके सन्मुख दे कोई निशानी या कोई गुण, सन्मुख के अर्थ भी समझाओ कि सन्मुख क्या किनू जाता है। और धन गुरु नानक देव सच्चे पातशाह जी ने उत्थे सन्मुख के 4 गुण दसे। सन्मुख क्या किनू जाता है, ये धन गुरु अमरदास जी के अज पावन बचन ने, और उन्होंने सन्मुख की निशानी या सन्मुख की परिभाषा आनंद साहब के विच भी दी है, जिन्होंने सतगुरु जी पावन बचन कहते हैं, जे कोई गुरु सेती सन्मुख होवे तो सन्मुख सिख कोई। तो कौन है सन्मुख, कहते जियो रहे गुरु नाले, जेड़ा केवल पहरावे करके नहीं अंदरों गुरु के नाल हर वेले रहे, वो सन्मुख है। जियो रहे गुर नाले, गुर के चरण हृदय ध्याए, अंतर सदा संभाले, वो है सन्मुख। जो आप छड़ सदा रहे परने, परने का अर्थ आप जी जानते हो ना, सहारा। जेड़ा केवल गुरु के परने रहे, गुरु के सहारे रहे, होर किसी की आस ना रखे, वो सन्मुख है। कि आप छड़ सदा रहे परने, गुर बिन अवर न जाने कोई, कह नानक सुनो संतो सो सुख सो सिख सन्मुख होए। असल में सन्मुख वो है जेड़ा गुरु के भाने में ते केवल गुरु के आसरे रहे। और धन गुरु नानक देव सच्चे पातशाह कहते हैं, भाई सन्मुख के 4 गुण ने। और ये बोल भावें दूसरे ग्रंथों के विचों ने, कई बार वो बोल सुन के सानू लगता कि दूसरे ग्रंथों की गल क्यों, पर समझाने वास्ते गुरु साहब ने वो 4 गुण दसे जी। सन्मुख का सब तो पहला गुण गुरु साहब जी कहते मैत्री, दूसरा गुण करुणा, और तीसरा गुण गुरु साहब के दसदे ने मुदता, ते चौथा गुण सी पेख्या। हुण भाई कालू जी सामने बैठे, पता सानू भी नहीं लग्या की हुंदा, क्योंकि 4 गुण तो दस दिते, पता तो इन्होंने की है। भाई कालू जी का हथ जोड़ के पूछ लिया, सतगुरु जी तुसीं गुण तो दस दिते, पर हकीकत है कि बिल्कुल पल्ले कख नहीं पिया। इन्होंने चंगी तरह समझाओ कि मैत्री है कि, मैत्री कहते क्यों ने। और धन गुरु नानक साहब जी फिर समझाते हैं, असल में मैत्री सब दे नाल सच्ची मित्रता रखनी। मैत्री का अखरी अर्थ मित्रता ही है, पर वो मनमुखा वाली नहीं। मित्रता वो कि गुरु साहब जी समझाते हैं कि कालू देख, दुनिया का कोई ऐसा मनुख नहीं जिहड़ा ये चाहता ना होवे कि दुनिया के सारे सुख मिल जाए, पर दुनिया के सारे सुख किसी को मिलते नहीं। राजा तो भावें बन जाए, देश का कई देशों का भी बन जाए, पर दुनिया के सारे सुख नहीं मिलते, चाहता हर कोई है। तो गुरु के सिख दे विच पहला गुण जिहड़ा मैत्र सन्मुख होना है, मित्रता रखनी है। मान लो सुख तेनू नहीं मिलिया, मैनू सुख नहीं मिलिया, गुआंढी नूं मिल गया, नाल दे नूं मिल गया, बस उनके सुख नूं वेख के ही खुश हो जाना, उनकी खुशी दे विच अपने आप को खुश रख लेना। ये मैत्रता भाव है, मैत्रता गुण है कि चलो मैनू नहीं मिलिया, रब का शुक्र इनू तो मिल गया। ये मनमुख दे नहीं, ये सन्मुख दे गुण ने। और किते ना किते विचार सानू करनी कि असीं सन्मुख हाँ कि मनमुख हाँ। किरपाना तो सिर तो दी पाईयां, गलों दे विच हजूरीए भी पाए, हुण नाल दे नूं कुछ वध मिल गया, चाहिदा ते असीं रब दा शुक्र करना, चलो किते ना किते अगे वधिया, शुकराना करना कि चलो इनू तो मिलिया। पर नाल दे नूं किते थोड़ा जिहा वध मिल जे तो सगों ईरखा दे विच आके फिर बोल बोलने, लो जी इनू को मिल गया। देखो सौखी जी उदाहरण है, इक्को दफ्तर च बंदे काम करते हो, एक दी तनख्वाह वध जे, दूजे दी ना वधे, चलो जिंदी नहीं वधनी अपने हक वास्ते तो उन्हें बोलना कि मेरी वधाओ, तो जे अगे जाके कहे मेरी नहीं वधाउणी, नाल दे भी घटा दो। ये सन्मुख दी निशानियां नहीं, इनू मिल गई है, इनकी वध गई तो चलो
ਉਹਦੀ ਖੁਸ਼ੀ ਦੇ ਵਿੱਚ ਖੁਸ਼ ਹੋ ਜਾਣਾ। ਆਪਣੇ ਹੱਕ ਨਹੀਂ ਬੋਲਣਾ, ਬੋਲੋ। ਔਰ ਕੇਵਲ ਇਹ ਸਰਕਾਰੀ ਪ੍ਰਾਈਵੇਟ ਦਫ਼ਤਰਾਂ ਦੀ ਨਹੀਂ ਗੱਲ, ਤੇ ਗੁਰੂ ਘਰਾਂ ਦੇ ਵਿੱਚ ਵੀ ਹੈ। ਨਾਲ ਦੇ ਨੂੰ ਉਹਦਾ ਕੁਝ ਵੱਧ ਮਿਲ ਜੇ, ਕੁਝ ਵੱਧ ਜੇ, ਕਿ ਇਹਦੇ ਕਿਉਂ ਵੱਧ ਗਈ, ਵੀ ਇਹਦੇ ਘਟਾਓ ਜਾਂ ਮੇਰੇ ਵੀ ਵਧਾਓ। ਹੁਣ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੈ ਜੀ ਕਿ ਨਾਲ ਦੇ ਨੂੰ ਮਿਲ ਜੇ, ਉਹਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ। ਤੇ ਦੂਸਰੀ ਸਨਮੁਖ ਦੀ ਨਿਸ਼ਾਨੀ ਗੁਰੂ ਸਾਹਿਬ ਜੀ ਫਿਰ ਦੱਸਦੇ ਨੇ, ਕਰੁਣਾ। ਹੁਣ ਸਨਮੁਖ ਕਹਿ ਦੇਣਾ, ਗੁਰਮੁਖ ਸ਼ਬਦ ਕਿਸੇ ਲਈ ਵਰਤ ਲੈਣਾ ਸੌਖਾ ਹੈ। ਕਰੁਣਾ, ਕਰੁਣਾ ਦਾ ਆਖਰੀ ਅਰਥ ਹੈ ਦਇਆ। ਹੁਣ ਕਿਸੇ ਤੇ ਦਇਆ ਕਰਨੀ, ਤਰਸ ਕਰਨੀ, ਇਹ ਸਨਮੁਖ ਦੀ ਨਿਸ਼ਾਨੀ ਹੈ। ਤੇ ਦੇਖੋ, ਕਿਸੇ ਵੀ ਕਰਕੇ, ਕੋਈ ਸਰੀਰ ਕਰਕੇ ਮਾੜਾ ਹੋਵੇ, ਤਾਕਤ ਨਾ ਹੋਵੇ, ਕੋਈ ਪੈਸੇ ਕਰਕੇ ਮਾੜਾ ਹੋਵੇ, ਕੋਈ ਗੁਣ ਕਰਕੇ ਮਾੜਾ ਹੋਵੇ, ਕਿਸੇ ਵੀ ਤਰੀਕੇ ਨਾਲ ਆਪਣੇ ਤੋਂ ਜਿਹੜਾ ਮਾੜਾ ਹੈ, ਮਾੜੇ ਦੀ ਮਦਦ ਕਰ ਦੇਣੀ, ਅਸਲ ਵਿੱਚ ਉਹਦੇ ਤੇ ਕਿਰਪਾ ਕਰਨੀ, ਕਰਨਾ ਕਰਨੀ ਹੈ। ਕਿ ਨਾਲ ਦੇ ਕੋਲ ਗੁਣ ਨਹੀਂ, ਉਹਦੇ ਤੇ ਕਰਨਾ ਕਰਨੀ। ਪਰ ਅਸੀਂ ਕਰਨੇ ਕੀ ਹੈ? ਭਾਵੇਂ ਗੁਰੂ ਘਰ ਵਿੱਚ ਹੁੰਦੇ 50-50 ਸਾਲ ਵੀ ਹੋ ਗਏ, ਅਸੀਂ ਸਿਰਫ ਵੇਖਣ ਵਾਸਤੇ ਇਹ ਆਉਂਦੇ ਕਿ ਸਾਹਮਣੇ ਵਾਲੇ ਨੇ ਗਲਤੀ ਕੀ ਕੀਤੀ। ਪਾਠ ਕਰਨ ਵਾਲੇ ਪਾਠੀ ਸਿੰਘ ਨੇ ਗਲਤੀ ਕੀ ਕੀਤੀ, ਅਸੀਂ ਜਾ ਕੇ ਦਫ਼ਤਰ 'ਚ ਦੱਸੀਏ ਤੇ ਸਹੀ। ਜੇ ਕਥਾਕਾਰ ਨੇ ਕਥਾ ਕਰਦੇ ਬੋਲਿਆ ਕੀ, ਤੇ ਇਹ ਉਚਾਰਨ ਠੀਕ ਕੀਤਾ ਕਿ ਨਹੀਂ ਕੀਤਾ, ਜਾ ਕੇ ਰੌਲਾ ਤੇ ਪਾਈਏ। ਇਹਨੇ ਅਰਦਾਸ ਦੇ ਵਿੱਚ ਕੀ ਬੋਲਿਆ, ਨਹੀਂ ਸੀ ਬੋਲਣਾ, ਬੋਲਣਾ ਚਾਹੀਦਾ ਸੀ, ਰੌਲਾ ਤੇ ਪਾਈਏ। ਭਈ ਇਹ ਸਨਮੁਖ ਦੀਆਂ ਨਿਸ਼ਾਨੀਆਂ ਨਹੀਂ। ਸਨਮੁਖ ਦੀ ਨਿਸ਼ਾਨੀ ਹੈ ਜੇ ਗੁਣ ਕਰਕੇ ਕਿਸੇ ਵਿੱਚ ਕੋਈ ਕਮੀ ਹੈ, ਉਹਦੀ ਕਮੀ ਦੂਰ ਕਰਨ ਦਾ ਯਤਨ ਕਰੇ, ਉਹਦੇ ਤੇ ਦਇਆ ਕਰੇ, ਨਾ ਕਿ ਜੈਲਸ ਕਰੇ, ਸੜੇ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿੱਥੇ ਸਮਝਾਇਆ ਇੱਕ ਛੋਟੀ ਜਿਹੀ ਉਦਾਹਰਨ ਕਿ ਦਇਆ ਕਿੰਨੀ ਕੁ ਕਰਨੀ ਚਾਹੀਦੀ। ਕਵੀ ਸੰਤੋਖ ਸਿੰਘ ਜੀ ਜਦੋਂ ਕੈਥਲ ਤੇ ਉਸ ਧਰਤੀ ਤੇ ਰਾਜੇ ਕੁਦੇ ਸਿੰਘ ਦੇ ਕੋਲ ਸੀ, ਬੜੀ ਚਰਚਾ ਸੀ ਕਿ ਬੜਾ ਵਿਦਵਾਨ ਹੈ, ਔਰ ਸ਼ੱਕ ਵੀ ਕੋਈ ਨਹੀਂ। ਕਵੀ ਸੰਤੋਖ ਸਿੰਘ ਜੀ ਨੇ ਗੁਰੂ ਉਸਤਤ ਵਿੱਚ 2.5 ਲੱਖ ਤੋਂ ਵੱਧ ਪੰਕਤੀਆਂ ਲਿਖੀਆਂ ਨੇ। ਕੋਈ ਛੋਟੀ ਗੱਲ ਥੋੜ੍ਹੀ ਸੀ ਕਿ ਇੱਕ ਪੰਡਤ ਆਇਆ, ਉਹਨੇ ਸੁਣਿਆ ਕਿ ਕੋਈ ਸਿੱਖ ਹੈ, ਬੜਾ ਵਿਦਵਾਨ ਸੁਣਿਆ ਹੈ। ਉਹ ਰਾਜੇ ਨੂੰ ਆ ਕੇ ਮਿਲਿਆ ਕਿ ਤੁਹਾਡੇ ਕੋਲ ਸੁਣਿਆ ਵਿਦਵਾਨ ਹੈ, ਮੈਂ ਚਰਚਾ ਕਰਨੀ ਹੈ, ਪਰ ਚਰਚਾ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਮਿਲਣਾ ਹੈ। ਔਰ ਜਦੋਂ ਜਾ ਕੇ ਕਵੀ ਸੰਤੋਖ ਸਿੰਘ ਨੂੰ ਵਿਦਵਾਨ ਮਿਲਿਆ, ਕਿਉਂਕਿ ਵਿਦਵਾਨਾਂ ਨੂੰ ਗੱਲਾਂ ਤੋਂ ਪਤਾ ਲੱਗ ਜਾਂਦਾ ਕਿ ਘੜਾ ਭਰਿਆ ਕਿ ਖਾਲੀ ਹੈ। ਕਵੀ ਸੰਤੋਖ ਸਿੰਘ ਨੇ ਦੇਖ ਲਿਆ ਕਿ ਚਰਚਾ ਕਰਨ ਆ ਗਿਆ ਹੈ, ਪਰ ਪੱਲੇ ਹੁੰਦੇ ਕੁਝ ਨਹੀਂ। ਪਰ ਕਰੁਣਾ ਕਿਵੇਂ ਕਰਨੀ ਹੈ, ਉਹ ਕਵੀ ਸੰਤੋਖ ਸਿੰਘ ਨੇ ਸਾਨੂੰ ਇਤਿਹਾਸ ਦੇ ਵਿੱਚ ਕਰਕੇ ਵੀ ਵਿਖਾਇਆ। ਕਵੀ ਸੰਤੋਖ ਸਿੰਘ ਨੇ 5 ਸੋਨੇ ਦੀਆਂ ਮੋਹਰਾਂ ਦਿੱਤੀਆਂ, ਹੱਥ 'ਚ ਇੱਕ ਕੜਾ ਪਾਇਆ ਸੀ, ਉਹ ਵੀ ਰਾਜੇ ਨੇ ਦਿੱਤਾ ਹੋਣਾ ਸੋਨੇ ਦਾ, ਕੜਾ ਵੀ ਲਾ ਕੇ ਦਿੱਤਾ। ਔਰ ਉਸ ਪੰਡਤ ਨੂੰ ਦੇ ਕੇ ਹੱਥ ਜੋੜ ਕੇ ਕਹਿੰਦੇ ਨੇ, ਪੰਡਤ ਜੀ ਆਪਾਂ ਚਰਚਾ ਸਭਾ ਦੇ ਵਿੱਚ ਨਾ ਕਰੀਏ, ਪੜ੍ਹਦਾ ਹੀ ਠੀਕ ਹੈ। ਔਰ ਪੰਡਤ ਜੀ ਸਗੋਂ ਹਵਾ 'ਚ ਆ ਗਏ, ਨਾਲੇ ਤੋਂ 5 ਮੋਹਰਾਂ ਵੀ ਲਈਆਂ, ਕੜਾ ਵੀ ਲਿਆ, ਨਾਲੇ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਤੁਹਾਡਾ ਵਿਦਵਾਨ ਤੇ ਮੇਰਾ ਨਾਂ ਸੁਣ ਕੇ ਡਰ ਗਿਆ ਹੈ। ਆਹ ਦੇਖੋ, ਮੈਨੂੰ 5 ਮੋਹਰਾਂ ਦਿੱਤੀਆਂ, ਸੋਨੇ ਦਾ ਕੜਾ ਦਿੱਤਾ ਹੈ। ਉਹ ਰਾਜੇ ਨੇ ਕਵੀ ਸੰਤੋਖ ਸਿੰਘ ਨੂੰ ਸੱਦ ਲਿਆ, ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਇਹ ਦੇਣ ਦਾ ਮਤਲਬ ਇਹ ਨਹੀਂ ਕਿ ਮੈਂ ਡਰ ਗਿਆ, ਚਲੋ ਜੇ ਗੱਲ ਕਰਨੀ ਫਿਰ ਸਭਾ ਦੇ ਵਿੱਚ ਹੀ ਕਰਨੀ ਹੈ। ਹੁਣ ਉਸ ਪੰਡਤ ਦੇ ਨਾਲ 10-20 ਉਹਦੇ ਹੋਰ ਚੇਲੇ, ਕਈ ਵਿਦਵਾਨ ਨਾਲ ਹੋਰ, ਕਵੀ ਸੰਤੋਖ ਸਿੰਘ ਜੀ ਇਕੱਲੇ। ਪੰਡਤ ਨੇ ਸਵਾਲ ਕੀਤੇ 2-3, ਕਵੀ ਸੰਤੋਖ ਸਿੰਘ ਨੇ ਜਵਾਬ ਦਿੱਤੇ। ਚੌਥਾ ਕਰਨ ਲੱਗਿਆ ਤੇ ਕਵੀ ਸੰਤੋਖ ਸਿੰਘ ਜੀ ਨੇ ਇੱਕ ਸਵਾਲ ਕੀਤਾ ਕਿ ਮੇਰੇ ਸਵਾਲ ਦਾ ਜਵਾਬ ਦੇ। ਫਿਰ ਕਰਦਾ ਰਹੀ, ਪਰ ਸਵਾਲ ਦਾ ਜਵਾਬ ਆਏ ਕਿੱਥੋਂ? ਮੁੱਕਦੇ ਗੱਲ ਕਿ ਭਰੀ ਸਭਾ ਦੇ ਵਿੱਚ ਉਹ ਬੇਇੱਜ਼ਤ ਹੋਇਆ ਪੰਡਤ, ਕੋਈ ਜਵਾਬ ਆਇਆ ਹੀ ਨਹੀਂ। ਔਰ ਫਿਰ ਸਭਾ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਕਿਹਾ ਸੀ, ਪੰਡਤ ਜੀ ਉਹ 5 ਮੋਹਰਾ ਕੜਾ ਤੈਨੂੰ ਇਸ ਕਰਕੇ ਨਹੀਂ ਸੀ ਦਿੱਤਾ ਕਿ ਮੈਂ ਡਰ ਗਿਆ, ਕਿਉਂਕਿ ਮੈਂ ਕਵੀ ਬਾਅਦ ਵਿੱਚ ਹਾਂ, ਗੁਰੂ ਕਾ ਸਿੱਖ ਪਹਿਲੋਂ ਹਾਂ, ਤੇ ਗੁਰੂ ਕਾ ਸਿੱਖ ਕਦੇ ਨਹੀਂ ਚਾਹੁੰਦਾ ਕਿ ਕਿਸੇ ਦੀ ਹੇਠੀ ਇੰਨੀ ਸਭਾ ਦੇ ਵਿੱਚ ਹੋਵੇ। ਪਰ ਤੂੰ ਮੁੜਿਆ ਨਹੀਂ, ਇਹ ਤਾਂ ਤੇਰੀ ਕਰਨੀ ਦਾ ਫਲ ਹੈ।
ਪਰ ਗੁਰੂ ਕੇ ਸਿੱਖ ਦੇ ਵਿੱਚ ਇਹ ਕਰਨਾ ਹੋਣੀ ਬੜੀ ਜ਼ਰੂਰੀ ਹੈ। ਸਨਮੁਖ ਕਿਆ ਉਹਨੂੰ ਜਾਂਦਾ ਹੈ। ਔਰ ਤੀਸਰਾ ਗੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਮੁੱਦਤਾ, ਤੇ ਮੁੱਦਤਾ ਦਾ ਵੀ ਅਰਥ ਉਹੀ ਹੈ ਕਿ ਦੂਜੇ ਨੂੰ ਖੁਸ਼ੀ ਮਿਲੇ, ਉਹਦੀ ਖੁਸ਼ੀ ਵਿੱਚ ਕੇਵਲ ਖੁਸ਼ੀ ਨਾ ਹੋਵੇ, ਸਗੋਂ ਰੱਬ ਦਾ ਸ਼ੁਕਰਾਨਾ ਕਰੇ। ਆਪ ਨੂੰ ਸੁੱਖ ਮਿਲੇ ਤਾਂ ਅਸੀਂ ਸ਼ੁਕਰਾਨਾ ਕਰਨੇ ਜ਼ਰੂਰ ਹਾਂ, ਪਰ ਗੁਆਂਢੀ ਨੂੰ ਵੀ ਸੁੱਖ ਮਿਲੇ ਤੇ ਸ਼ੁਕਰਾਨਾ ਫਿਰ ਵੀ ਕਰੇ। ਅਸਲ ਵਿੱਚ ਉਹ ਮੁੱਦਤਾ ਸਨਮੁਖ ਹੈ। ਤੇ ਚੌਥੇ ਤਰ੍ਹਾਂ ਦਾ ਸਨਮੁਖ ਉਹ ਹੈ ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਪੇਖਿਆ। ਤੇ ਪੇਖਿਆ ਦਾ ਅਰਥ ਹੁੰਦਾ ਦਇਆ, ਪੇਖਿਆ ਦਾ ਅਰਥ ਹੁੰਦਾ ਉਪਦੇਸ਼ ਦੇਣਾ, ਸਿੱਖਿਆ ਦੇਣੀ। ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਬਚਨ ਵੀ ਕਹੇ ਨੇ ਵੀ ਸਿੱਖਿਆ ਵੀ ਉਹਨੂੰ ਦੇਣੀ ਚਾਹੀਦੀ ਹੈ ਜਿਹੜਾ ਕੋਈ ਲੈਣਾ ਚਾਹੁੰਦਾ ਹੋਵੇ। ਹੁਣ ਦੇਖੋ, ਮੈਂ ਕਥਾ ਕੀਤੀ, ਅੱਖਰੀ ਅਰਥ ਕੀਤੇ, ਤਾਂ ਕੋਈ ਜ਼ਰੂਰੀ ਨਹੀਂ ਕਿ ਜੋ ਕੁਛ ਮੈਂ ਅਰਥ ਕੀਤੇ ਉਹ ਸਾਰੇ ਸੱਚ ਨੇ। ਜੋ ਉਚਾਰਨ ਮੈਂ ਕੀਤਾ ਉਹੀ ਠੀਕ ਹੋਣਾ ਹੈ, ਕਿਉਂਕਿ ਬੜੇ ਬੜੇ ਸਰੋਤੇ ਨੇ। ਜੇ ਕੋਈ ਸਰੋਤਾ ਸੁਣ ਕੇ ਕਹਿ ਦੇਵੇ ਕਿ ਇਹ ਉਚਾਰਨ ਤੁਸੀਂ ਕੀਤਾ, ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੈ, ਤੇ ਜੇ ਮੇਰੇ ਵਾਲੇ ਦੇ ਪੱਲੇ ਵੀ ਕੁਛ ਨਹੀਂ ਤੇ ਫਿਰ ਵੀ ਆਕੜ ਕਰੇ ਕਿ ਲੋ ਮੈਂ ਤਾਂ ਕਥਾਕਾਰ, ਮੈਂ ਤਾਂ 3 ਸਾਲ ਦਾ ਕੋਰਸ ਕੀਤਾ, ਤੈਨੂੰ ਘਰ ਬੈਠੇ ਨੂੰ ਪਤਾ ਲੱਗ ਗਿਆ ਹੈ। ਤੇ ਫਿਰ ਭਗਤ ਜੀ ਨੇ ਪਾਵਨ ਬਚਨ ਕਿਹਾ ਵੀ ਇਵੇਂ ਦੇ ਲੋਕਾਂ ਨੂੰ ਫਿਰ ਉਪਦੇਸ਼ ਦੇਣ ਦੀ ਲੋੜ ਨਹੀਂ। ਜਿਹੜਾ ਲੈਣਾ ਹੀ ਨਾ ਚਾਹੁੰਦਾ ਹੋਵੇ, ਕੋਈ ਸੁਣਨਾ ਹੀ ਨਾ ਚਾਹੁੰਦਾ ਹੋਵੇ, ਧੱਕੇ ਨਾਲ ਥੋੜ੍ਹੀ ਦੇਣਾ ਹੈ। ਫਿਰ ਤਾਂ ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਉੱਥੇ ਤਾਂ ਫਿਰ ਚੁੱਪ ਹੀ ਚਾਹੀਦੀ ਹੈ। ਔਰ ਕੇਵਲ ਇੰਨਾ ਹੀ ਨਹੀਂ, ਗੁਰੂ ਸਾਹਿਬ ਨੇ ਤਾਂ ਸ਼ਬਦ ਬੜੇ ਮਹਿੰਗੇ ਵਰਤੇ ਨੇ ਭਗਤਾਂ ਨੇ। ਭਗਤ ਜੀ ਕਹਿੰਦੇ ਨੇ ਕਹਾਂ ਸੁਆਣ ਕੋ ਸਿਮਰਤ ਸੁਣਾਏ, ਕਾਂ ਬਿਸਿਰ ਕੋ ਦੂਧ ਪਿਆਏ। ਹੁਣ ਇਹ ਸ਼ਬਦ ਤੇ ਭਗਤ ਜੀ ਨੇ ਨਾ ਕਿ ਕੁੱਤੇ ਨੂੰ ਕਿੱਥੇ ਸਿਮਰਤੀਆਂ ਸੁਣਾਉਂਦੇ ਆ ਭਾਈ, ਇਹਦੇ ਕੰਨਾਂ 'ਚ ਜਿੰਨੇ ਮਰਜ਼ੀ ਮੰਤਰ ਪੜੀ ਜਾਣੇ, ਕੋਈ ਅਸਰ ਥੋੜ੍ਹੀ ਕਰਨਾ ਹੈ। ਸੱਪ ਦੇ ਮੂੰਹ ਨੂੰ ਖੋਲ ਖੋਲ ਕੇ ਉਹਦੇ 'ਚ ਦੁੱਧ ਪਾਏਗਾ, ਇਹਨੇ ਡੰਗ ਤੈਨੂੰ ਮਾਰਨਾ ਹੈ, ਛੱਡ ਪਰ ਇਹਨਾਂ। ਜੇ ਇਹ ਲੈਣਾ ਹੀ ਨਹੀਂ ਚਾਹੁੰਦੇ ਫਿਰ ਸੁਣਾਉਣਾ ਕਿਉਂ, ਫਿਰ ਉਪਦੇਸ਼ ਕਾਹਤੋਂ ਦੇਣਾ ਹੈ। ਔਰ ਉੱਥੇ ਭਗਤ ਜੀ ਨੇ ਪਾਵਨ ਬਚਨ ਨਾਲ ਅੱਗੇ ਕਹੇ, ਕਹਿੰਦੇ ਕਹਿ ਸਾਕਤ ਪੈ ਹਰ ਗੁਣ ਗਾਏ। ਜਿਹੜਾ ਬੰਦਾ ਹੈ ਹੀ ਸਾਕਤ, ਉਹਨੂੰ ਕੀ ਸਮਝਾਵੇ, ਕੀ ਰੱਬ ਦੇ ਗੁਣ ਨੂੰ ਸੁਣਾਓਗੇ। ਉੱਥੇ ਭਗਤ ਜੀ ਕਹਿੰਦੇ ਨੇ ਕਿ ਰਾਮ ਰਾਮ ਰਮੈ ਰਮ ਰਹੀਐ, ਸਾਕਤ ਸਿਓ ਭੂਲ ਮਤ ਕਹੀਐ। ਕਿ ਭੁੱਲ ਕੇ ਵੀ ਸਾਕਤ ਨੂੰ ਉਪਦੇਸ਼ ਨਾ ਦਿਓ, ਉਹਦੇ ਕੋਲ ਕੋਈ ਗੱਲ ਕਰੋ ਹੀ ਨਾ, ਕਿਉਂਕਿ ਉਹਨੇ ਤਾਂ ਆਪਣੀ ਹੰਗਤਾ ਅੰਦਰ ਰੱਖੀ ਹੈ ਕਿ ਮੇਰੇ ਵਰਗਾ ਕਹੋਗੇ। ਅਸਲ ਵਿੱਚ ਗੁਰੂ ਸਾਹਿਬ ਜੀ ਨੇ ਉੱਥੇ ਉਪਦੇਸ਼ ਦਿੱਤਾ ਕਿ ਭਾਈ ਪੇਖਿਆ। ਸਨਮੁਖ ਉਹ ਹੈ ਜਿਹੜਾ ਉਪਦੇਸ਼ ਦੇਵੇ, ਪਰ ਜਿਹੜਾ ਅਧਿਕਾਰੀ ਹੈ, ਜਿਹੜਾ ਉਪਦੇਸ਼ ਲੈਣਾ ਚਾਹੁੰਦਾ ਹੋਵੇ, ਸਿੱਖਿਆ ਲੈਣਾ ਚਾਹੁੰਦੇ ਉਹਨੂੰ ਉਪਦੇਸ਼ ਦੇਵੇ। ਇਹ 4 ਗੁਣ ਨੇ। ਔਰ ਭਾਈ ਸਾਹਿਬ ਨੇ ਜਿਹੜੇ ਉੱਥੇ ਪਾਵਨ ਬਚਨ ਕਹੇ ਕਿ ਸਨਮੁਖ ਕਾਲੂ ਆਸ ਧਰ, ਗੁਰਬਾਣੀ ਦਰਗਾਹ ਸਬਾਸੀ। ਕਹਿੰਦੇ ਗੁਰਮਤਿ ਭਾਉ ਭਗਤ ਪਰਵਾਸੀ। ਬਸ ਉਹ ਸਨਮੁਖ ਹੈ ਗੁਰਮਤਿ ਭਾਉ ਭਗਤ ਪਰਗਾਸੀ, ਜਿਹਦੇ ਅੰਦਰ ਪ੍ਰੇਮਾ ਭਗਤੀ ਆ ਗਈ, ਜਿਹੜਾ ਸਨਮੁਖ ਹੋ ਗਿਆ। ਹੁਣ ਇੱਥੇ ਗੁਰੂ ਸਾਹਿਬ ਨੇ ਪਾਵਨ ਬਚਨ ਦੋਵੇਂ ਵਰਤੇ ਨੇ। ਸਭ ਤੋਂ ਪਹਿਲੋਂ ਕਹਿੰਦੇ ਨੇ ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਨਾਮ ਤੋਂ ਬਿਨਾਂ ਦੁਨੀਆ ਦੇ ਸਾਰੇ ਲੋਕ ਭਟਕਦੇ ਫਿਰਦੇ ਨੇ। ਭਟਕਣਾ ਕੀ ਹੈ ਜੀ? ਦੇਖੋ, ਰੋਡ 'ਤੇ ਚਲੇ ਜਾਈਏ, ਕਈ ਵਾਰੀ ਰਾਤ ਵਿੱਚ ਕੁੱਤਾ ਆ ਜਾਂਦਾ ਹੈ, ਗੱਡੀ ਵਾਲਾ ਕੁਝ ਤੇਜ਼ ਹੋਵੇ, ਕੋਲ ਆ ਕੇ ਭਾਵੇਂ ਬ੍ਰੇਕ ਮਾਰ ਵੀ ਦੇ, ਫਿਰ ਉਹਨੂੰ ਸਮਝ ਹੀ ਨਹੀਂ ਲੱਗਦੀ ਕਿ ਅੱਗੇ ਨੂੰ ਭੱਜਾਂ ਕਿ ਪਿੱਛੇ ਨੂੰ ਭੱਜਾਂ। ਔਰ ਕਈ ਵਾਰੀ ਫਿਰ ਉਹ ਜਿੱਧਰ ਨੂੰ ਚਿੱਤ ਕਰਦਾ ਭੱਜਦਾ ਹੈ। ਔਰ ਕਈ ਵਾਰੀ ਐਕਸੀਡੈਂਟ ਕਰਾਉਂਦਾ ਵੀ ਦਾਸ ਦਾ ਹੋਇਆ ਹੀ ਕੁੱਤੇ ਕਰਕੇ ਸੀ, ਕਿਉਂਕਿ ਉਹ ਤਾਂ ਭਟਕਦਾ ਹੈ, ਇੱਕ ਜਾਨਵਰ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨਮੁਖ ਇਸੇ ਤਰ੍ਹਾਂ ਭਟਕ ਹੀ ਰਿਹਾ, ਇਹਨੂੰ ਸਮਝ ਨਹੀਂ ਲੱਗਦੀ ਕਿ ਰਾਹ ਹੈ ਕਿਹੜਾ, ਜਾਣਾ ਕਿਹੜੇ ਪਾਸੇ। ਔਰ ਇੱਕ ਉਰਦੂ ਦੇ ਅਜ਼ੀਜ਼ ਨੇ ਕਿਹਾ ਹੈ, ਜਿਹੜੇ ਇਹਨਾਂ ਭਟਕਣਾਂ ਦੇ ਵਿੱਚ ਪੈਂਦੇ ਨੇ ਉਹ ਮੰਜ਼ਿਲ ਤੇ ਅਸਲ ਵਿੱਚ ਪਹੁੰਚਦੇ ਨਹੀਂ। ਉਹਨਾਂ ਦੇ ਤਾਂ ਕਹਿੰਦੇ ਕੁਛ ਰੂਤੇ ਮੇਂ ਕੱਟ ਗਈ, ਕੁਛ ਸੋਤੇ ਮੇਂ ਕੱਟ ਗਈ, ਕੁਛ ਆਹੋं में कट गई, कुछ गुनाहों में कट गई। पर कहते मंजिल पे जाने वाले जा पहुँचे, राहों बदलने वाले की राहों में कट गई।
वो भटकते रह गए कि इधर नूं जाइए कि इधर नूं जाइए, अज इस बाबे को जाइए कि उस बाबे को जाइए। विण ना वे क्योंकि नाम अंदर कोई नहीं, सारा संसार भटक रहा है। और कहते ने इस भटकना दे विच जग टोटा, संसार इहदे विच टोटा ही टोटा है भाई, घाटा ही घाटा है। मनमुख कर्म कमावणे होमै अंध गुबार, ते मनमुख दे हुणे अपरथ कीते ने। मन दे पिछे लगण वाले कर्म तो भी करते हैं पर होमे विच फस गए। उस अहंकार के कुप हनेरे विच उन्होंने मिलता कुछ नहीं। अगे कहते ने गुरमुखे अमृत पेवना नानक शब्द विचार। पर धन गुरु अमरदास जी नाले भी कृपा करते हैं भी जेडे गुरमुख हो जाए, गुरु के सन्मुख हो जाए, वो अमृत पींदे ने। ते किवें नानक शब्द विचार, विचार दे राह नूं सियारी है, शब्द दे विचार दे राही वो आत्मक जीवन वाला शब्द विचार उसका अमृत पींदे ने। महला तीजा सहजे जागै सहजे सोवै, गुरमुखियां दिन उस्तत होवै। ते जेड़े शब्द दे राही ये अमृत पींदे ने, अमृत छकदे ने। शब्द आपां वरतने जी, अमृत छकिया, अमृत छकिया, अमृत एको वारी नहीं छकना। गुरु साहब जी कहते रोज़ छकना है। ये शब्द अमृत हर वेले छकना है। और जेडे सन्मुख होंदे ने फिर वो सहजे जागै सहजे सूवै, ऐन बड़े आराम दे नाल जागदे ने, आराम नाल सौंदे ने। क्यों? क्योंकि वो गुरमुख ने, सन्मुख ने। गुरमुख अण दिन उस्तत होवै, उन्हां दे अंदर दिन होवे चाहे रात होवे। अण दिन दा अर्थ हर वेले, हर वेले उन्हां दे अंदर रब दे गुरु दे सिफत चलदी है, उस्तत चलदी है। पर नाल दूसरे मन दे पिछे चलण वाले दा जिक्र करते हैं। सौंदे वो भी ने, जागदे वो भी ने। पर किवें? कहंदे मनमुख भरमै सहसा होवै। मन दे पिछे चलण वाले भरमां दे विच फस गए। अंदर सहसा बने रहिंदा है कि हाय की बनेगा, हाय पता नहीं बनेगा कि नहीं बनेगा। वो हाय ते पता नहीं, उन्होंने अंदर पता नहीं, वो नैगेटिव सोच जी हो टेकी जाती है। हुण जिन्हां ने सारा दिन हाय करना कि कल पता नहीं की बनेगा, कहते अंतर चिंता नींद न सोवै। और जो चिंता होंदी फिर नींद आउंदी कित्थे? घर विच नहीं, गली महल्ले विच कोई ना कोई इवें दा मिल जाता है। और अज तो डिप्रैशन है ही बहुत, कि हर बंदे चौथा बंदा जो डिप्रैशन च है, चिंता च है। तो चिंता है कदी कि पहलों हाय हाय करके कमा लिया, भावें वो लुट के, खो के, धोखा करके, रिश्वत लैके। तो जे बहुत सारा कमा लिया फिर चिंता यह है कि हुण किते ईडी दे रेट ना पै जाए, कोई इनकम टैक्स वाला ना जाए, फड़े ना जाइए। बस मन के पिछे चलण वाला भावें उनके कोल नहीं तो तां भी चिंता विच है, भावें बहुत ज़्यादा फिर भी चिंता जी है। मनमुख कहते मन के पिछे चलण वाले भरमां दे विच पै के वो अंतर चिंता नींद ना सोवै, सौंदे ही नहीं, नींद आउंदी ही नहीं। पर नाल अगे फिर बचन गए ज्ञानी जागै सवै सुभाए। पर जेडे ज्ञानवान ने, ज्ञानी समझदार ने, वो जागते भी ने, सौंदे ने, पर ऐन प्रेम दे विच अपनी नींदर सौंदे ने, अपनी नींदर पूरी करके उठते हैं। कहते ज्ञानी जागै सवै सुभाए, नानक नाम रत्या बल जाओ। तो सतगुरु जी कहते हैं ऐसे जेडे नाम दे विच रत्ते गए, रंगे गए। धन गुरु अमरदास जी कहते हैं मैं उन्हां तो बलिहार जावां। पौड़ी चौथे पातशाह सतगुरु धन गुरु रामदास जी के बचन ने। से हर नाम ध्यावें जो हर रत्या। से अर्थ वो कि हरि दा परमेश्वर का नाम वो ही ध्याउंदे ने पई जो नाम दे विच रंगे गए ने। क्योंकि रंग का अर्थ प्यार है, प्यार तो बिना नाम ध्याया नहीं जा सकता। जे प्यार ही नहीं फिर तो बद्धा चिट्टी है कि भावें उच्चे उच्चे बोली जाए, फिर भावें 2.5 घंटे बोले तो भावें 5 घंटे बोले।
क्योंकि फिर तो एक बंदश होगी ना कि बद्दा चट्टी जो भरै ना गुण ना उपकार, कि नितनम करना ही करना, फिर करी जाओ। और दुनिया करती पई है, पर गुरु साहब जी कहते ने अंदर असल विच प्रेम दे नाल फिर ਧਿਆਉਂਦੇ ਨੇ ਤੇ ਤਿਆਗ ਹੋ ਸਕਦੇ ਨੇ ਜਿਨ੍ਹਾਂ ਦਾ ਅੰਦਰ ਰੰਗ ਪ੍ਰੇਮ ਨਾਲ ਰੰਗਿਆ ਗਿਆ ਹੈ। ਸੇ ਹਰ ਨਾਮ ਧਿਆਵੇਂ ਜੋ ਹਰ ਰਤਿਆ, ਹਰ ਇੱਕ ਧਿਆਵੇਂ ਇੱਕ, ਏਕੋ ਹਰ ਸਤਿਆ। ਕਿਉਂਕਿ ਉਹਨਾਂ ਨੂੰ ਭਰੋਸਾ ਹੀ ਇੱਕ ਤੇ ਹੈ, ਇੱਕੋ ਨੂੰ ਧਿਆਉਂਦੇ ਨੇ, ਇੱਕੋ ਨੂੰ ਜਪਦੇ ਨੇ ਤੇ ਇਹ ਭਰੋਸਾ ਰੱਖਦੇ ਨੇ ਇੱਕੋ ਹਰ ਸਤਿਆ। ਸਤਿਆ ਦਾ ਅਰਥ ਤਾਕਤ, ਕਿ ਇੱਕੋ ਦੇ ਸਭ ਦੇ ਵਿੱਚ ਤਾਣ ਹੈ, ਸਭ ਦੇ ਵਿੱਚ ਤਾਕਤ ਹੈ। ਫਿਰ ਉਹ ਇੱਕੋ ਨੂੰ ਜਪਦੇ ਨੇ, ਇੱਕੋ ਨੂੰ ਧਿਆਉਂਦੇ ਨੇ, ਕਿਉਂਕਿ ਉਹਨਾਂ ਨੂੰ ਭਰੋਸਾ ਹੈ ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਸਾਰਿਆਂ ਦੇ ਵਿੱਚ ਇੱਕੋ ਹੀ ਤਾਂ ਵਰਤ ਰਿਹਾ ਹੈ। ਇਹ ਜਿੰਨੀ ਉਤਪਤੀ ਹੋਈ ਇੱਕ ਤੋਂ ਤੇ ਹੋਈ। ਉਹਨਾਂ ਨੂੰ ਫਿਰ ਭਰੋਸਾ ਹੁੰਦਾ ਕਿ ਇਹ ਬੈ ਬੈਠਲ ਉਹ ਬੈ ਬੈਠਲ, ਬੈਠਲ ਬਿਨ ਸੰਸਾਰ ਨਹੀਂ। ਇਹਨਾਂ ਭਰੋਸਾ ਹੁੰਦਾ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਉਹ ਸਾਰਿਆਂ ਦੇ ਵਿੱਚ ਹੈ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਜੋ ਹਰ ਨਾਮ ਧਿਆਵੇਂ ਤਿੰਨ ਡਰ ਸੱਟ ਕੱਤਿਆ। ਕਹਿੰਦੇ ਜਿਨ੍ਹਾਂ ਨੇ ਵੀ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ, ਜੋ ਹਰ ਨਾਮ ਧਿਆਵੇਂ, ਜਿਹੜੇ ਅੱਜ ਵੀ ਧਿਆਉਂਦੇ ਨੇ, ਜਿਨ੍ਹਾਂ ਨੇ ਪਹਿਲੋਂ ਵੀ ਧਿਆਇਆ ਸੀ, ਕਹਿੰਦੇ ਤਿੰਨ ਡਰ ਸੱਟ ਕੱਤਿਆ। ਸਿੱਧੇ ਠੇਠ ਪੰਜਾਬੀ ਦੇ ਸ਼ਬਦ ਨੇ ਜੀ। ਤਿੰਨ ਡਰ ਸੱਟ ਕੱਤਿਆ, ਉਹ ਵਗਾ ਕੇ ਮਾਰਿਆ। ਕਹਿੰਦੇ ਉਹਨਾਂ ਨੇ ਡਰ ਅੰਦਰੋਂ ਸਾਰੀ ਤਰ੍ਹਾਂ ਦਾ ਸੱਟ ਕੱਤਿਆ, ਵਗਾ ਕੇ ਮਾਰਿਆ। ਕਿਸੇ ਧਰਮਰਾਜ ਦਾ ਨਹੀਂ ਡਰ, ਕਿਸੇ ਜਮਦੂਤ ਦਾ ਨਹੀਂ ਡਰ, ਕਿਉਂਕਿ ਸਾਡਾ ਰਸਤਾ ਹੀ ਉਹ ਨਹੀਂ। ਉਹਨਾਂ ਨੂੰ ਆਪਣੇ ਗੁਰੂ 'ਤੇ ਭਰੋਸਾ ਹੈ। ਉਹਨਾਂ ਨੂੰ ਕਿਸੇ ਮੰਗਲਵਾਰ ਦਾ ਨਹੀਂ ਡਰ, ਕਿਸੇ ਸ਼ਨੀਵਾਰ ਦਾ ਨਹੀਂ ਡਰ, ਉਹਨਾਂ ਨੂੰ ਕਿਸੇ ਮਹੂਰਤ ਦਾ ਨਹੀਂ ਡਰ, ਉਹਨਾਂ ਨੂੰ ਕਿਸੇ ਦਿਨ ਦਾ ਨਹੀਂ ਡਰ, ਕਿਉਂਕਿ ਉਹਨਾਂ ਨੇ ਕਿਸੇ ਤਰ੍ਹਾਂ ਦਾ ਭਰਮ ਅੰਦਰ ਰੱਖੀ ਨਹੀਂ। ਜਿਨ੍ਹਾਂ ਨੂੰ ਭਰੋਸਾ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹਿਆ ਹੈ। ਜੋ ਹਰ ਨਾਮ ਧਿਆਵੇਂ ਤਿੰਨ ਡਰ ਸੱਟ ਕੱਤਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰਿ ਜਪਿਆ। ਔਰ ਧੰਨ ਗੁਰੂ ਰਾਮਦਾਸ ਜੀ ਖੇਤ ਦੇ ਕਹਿੰਦੇ ਨੇ ਭਾਈ, ਇਹ ਗੁਰੂ ਦੇ ਮਤ ਗੁਰਮਤੀ ਦੇਵੈ ਆਪ। ਇਹ ਗੁਰਮਤ ਗੁਰੂ ਆਪ ਕਿਰਪਾ ਕਰਕੇ ਜਿਹਨੂੰ ਦੇਵੇ, ਗੁਰੂ ਦੇ ਮਤ ਆਉਂਦੀ ਉਹਨੂੰ ਹੈ। ਤੇ ਗੁਰਮੁਖ ਹਰਿ ਜਪਿਆ, ਜਿਨ੍ਹਾਂ ਨੇ ਗੁਰਮੁਖ ਹੋ ਕੇ, ਗੁਰੂ ਦੇ ਸਨਮੁਖ ਹੋ ਕੇ ਜਪਿਆ, ਗੁਰੂ ਉਹਨੂੰ ਗੁਰਮਤ ਦੀ ਇਹ ਮਤ ਜ਼ਰੂਰ ਦਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ। ਸਤਿਗੁਰੂ ਜੀ ਦੀ ਮਤ ਜਿਹਨੂੰ ਅਸੀਂ ਗੁਰਮਤ ਕਹਿੰਦੇ ਤੇ ਜ਼ਰੂਰ ਹਾਂ। ਜੀਵਨ ਦੇ ਵਿੱਚ ਕਿਤੇ ਨਾ ਕਿਤੇ ਯਤਨ ਕਰੀਏ, ਕੁਝ ਨਾ ਕੁਝ ਗੁਰਮਤ ਅਪਣਾਈਏ, ਉਸ ਮੁਤਾਬਕ ਚੱਲੀਏ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ